ਤੁਹਾਡੇ ਕੋਲੋਂ ਸਮਾਜ 'ਚ ਖੜਾ ਕੀ ਹੈ, ਤੁਸੀਂ ਕੀ ਕਰਨਾ ਹੈ। ਸੰਸਕਾਰ ਸਾਹਿਤ ਜਰੀਏ ਬਚਾਏ ਜਾ ਸਕਦੇ ਆ। ਜਿਹੜਾ ਇਹ ਪਿਆਰ ਮੁਹੱਬਤ ਹੈ ਤੁਹਾਨੂੰ ਕੰਮ ਕਰਨ ਲਈ ਉਤਸ਼ਾਹ ਪੈਦਾ ਕਰਦਾ। ਕਹਿੰਦੇ ਨੇ ਹਰ ਇਨਸਾਨ ਅੰਦਰ ਇੱਕ ਦਿਲ ਹੁੰਦਾ, ਦਿਲ 'ਚ ਧੜਕਣ ਹੁੰਦੀ ਹੈ, ਧੜਕਣ 'ਚ ਨਿੱਘ ਹੁੰਦਾ, ਨਿੱਘ 'ਚ ਅਹਿਸਾਸ ਹੁੰਦਾ। ਜਿਸ ਵਿਗਿਆਨਕ ਯੁੱਗ 'ਚ ਅਸੀਂ ਸਾਹ ਲੈ ਰਹੇ ਹਾਂ ਉਹ ਸਾਨੂੰ ਮੰਨ ਲੈਣਾ ਪਊਗਾ ਕਿ ਅਸੀਂ ਇਹਨਾਂ ਨੂੰ ਬਚਾ ਕੇ ਨਹੀਂ ਰੱਖਣਾ। ਇੱਥੇ ਜਿਸ ਤਰ੍ਹਾਂ ਦੇ ਸਕੂਲਾਂ 'ਚ ਐਜੂਕੇਸ਼ਨ ਮਿਲ ਰਹੀ ਆ ਉਹ ਤਾਂ ਵਪਾਰੀਕਰਨ ਜਿਹੜਾ ਹੋ ਗਿਆ, ਉਹਦੇ ਨਾਲ ਅਸੀਂ ਜਿਹੜਾ ਸਾਡਾ ਜਿਹੜੀਆਂ ਮੌਲਿਕ ਕਦਰਾਂ ਕੀਮਤਾਂ ਸੀ ਪੰਜਾਬ ਦੀਆਂ, ਵਿਰਾਸਤ ਸੀ, ਉਹਨੂੰ ਜਰਕ ਜ਼ਰੂਰ ਆਈ ਹੈ। ਉਸ ਘਰ ਦੇ ਵਿੱਚ ਪੜ੍ਹਿਆ ਕੀ ਜਾ ਰਿਹਾ, ਉੱਥੇ ਕੋਈ ਅਖਬਾਰ ਆਉਂਦੀ ਕਿ ਨਹੀਂ। ਤੇ ਜਿਹੜਾ ਬੰਦਾ ਪਰਿਵਾਰ ਤੋਂ ਟੁੱਟਿਆ ਹੋਇਆ, ਪਰਿਵਾਰ ਨਾਲ ਜਿਹਦੀ ਕੋਆਰਡੀਨੇਸ਼ਨ ਕੋਈ ਹੈ ਨਹੀਂ ਗੀ, ਤੇ ਉਹ ਬੰਦਾ ਨਾ ਵੈਸੇ ਵੀ ਬੈਲੈਂਸ। ਤੇ ਮੈਂ ਵੀ ਕਹਿੰਦਾ ਕਿ ਜੇ ਗਾਇਕਾਂ ਨੂੰ, ਗੀਤਕਾਰਾਂ ਨੂੰ ਅਸੀਂ, ਮੈਂ ਇਹ ਗੱਲ ਕਹਿਣੀ ਤਾਂ ਨਹੀਂ ਚਾਹੁੰਦਾ ਪਰ ਮੈਂ ਕਹਿ ਦਿੰਦਾ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਦਰਪਣ ਟੀਵੀ। ਮੈਂ ਰੀਨਾ ਸੁਮਨ ਤੇ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਸਾਡੇ ਇਸ ਪ੍ਰੋਗਰਾਮ ਦੇ ਵਿੱਚ, ਮੁਲਾਕਾਤ ਪ੍ਰੋਗਰਾਮ ਦੇ ਵਿੱਚ ਅਸੀਂ ਵੱਖ-ਵੱਖ ਸ਼ਖਸੀਅਤਾਂ ਦੇ ਨਾਲ ਗੱਲਬਾਤ ਕਰਦੇ ਹਾਂ, ਉਹਨਾਂ ਦੇ ਸਾਹਿਤਿਕ ਸਫ਼ਰ ਬਾਰੇ ਗੱਲ ਕਰਦੇ ਹਾਂ ਕਿ ਉਹਨਾਂ ਦਾ ਸਾਹਿਤਿਕ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਆ। ਤੇ ਫਿਰ ਆਓ ਜੀ ਇਸੇ ਗੱਲਬਾਤ ਦੇ ਸਿਲਸਿਲੇ ਨੂੰ ਜਾਰੀ ਰੱਖਦੇ ਹੋਏ ਸਾਡੇ ਅੱਜ ਦੇ ਮਹਿਮਾਨ ਦੇ ਨਾਲ ਗੱਲਬਾਤ ਦਾ ਸਫ਼ਰ ਸ਼ੁਰੂ ਕਰਦੇ ਹਾਂ। ਸੋ ਸਾਡੇ ਅੱਜ ਦੇ ਮਹਿਮਾਨ ਐਸ ਅਸ਼ੋਕ ਭੌਰਾ ਜੀ ਸਾਡੇ ਨਾਲ ਮੌਜੂਦ ਨੇ। ਸੋ ਸਰ, ਤੁਹਾਡਾ ਦਰਪਣ ਟੀਵੀ ਤੇ ਬਹੁਤ-ਬਹੁਤ ਸਵਾਗਤ। ਦਰਪਣ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ, ਸਤਿਕਾਰ ਤੇ ਅਦਬ ਸਤਿ ਸ਼੍ਰੀ ਅਕਾਲ ਜੀ। ਸਰ, ਗੱਲ ਕਰਦੇ ਹਾਂ ਤੁਹਾਡੇ ਹੁਣ ਤੱਕ ਦੇ ਸਾਹਿਤਿਕ ਸਫ਼ਰ ਦੀ ਕਿ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਤੁਹਾਡਾ ਸਾਹਿਤਿਕ ਸਫ਼ਰ ਕਿਸ ਤਰ੍ਹਾਂ ਦਾ ਰਿਹਾ ਹੈ। ਆਪਣੇ ਪਰਿਵਾਰ ਬਾਰੇ, ਆਪਣੀ ਸਿੱਖਿਆ ਬਾਰੇ, ਆਪਣੇ ਪਿੰਡ ਬਾਰੇ ਸਾਰੀ ਜਾਣਕਾਰੀ ਸਾਡੇ ਦਰਸ਼ਕਾਂ ਦੇ ਨਾਲ ਸਾਂਝੀ ਕਰੋ। ਦੇਖੋ, ਮੇਰੀ ਉਮਰ ਵਰਗਾ ਹੀ ਮੇਰਾ ਸਫ਼ਰ ਹੈ ਤੇ ਮੈਂ ਜਿਹੜਾ ਮੇਰਾ ਪਿੰਡ ਹੈ, ਇਹ ਪਿੰਡ ਭੌਰਾ ਆ ਜੀ। ਇਹ ਪਹਿਲਾਂ ਜ਼ਿਲ੍ਹਾ ਜਲੰਧਰ 'ਚ ਹੁੰਦਾ ਸੀ ਤੇ ਅੱਜ ਕੱਲ੍ਹ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ 'ਚ ਹੈ ਜੀ। ਇਸ ਪਿੰਡ 'ਚ ਜੰਮ ਪਲ ਕੇ ਮੈਂ ਵੱਡਾ ਹੋਇਆ ਇੱਥੋਂ ਦੀ ਆਬੋ ਹਵਾ 'ਚ। ਇੱਥੋਂ ਹੀ ਪੜ੍ਹਦੇ ਹੀ ਮੈਂ ਲਿਖਣਾ ਸ਼ੁਰੂ ਕੀਤਾ ਤੇ ਮੈਂ ਜਿਹੜੀ ਕਾਲਜ ਐਜੂਕੇਸ਼ਨ ਹੈ ਉਹ ਮੇਰੀ ਫਗਵਾੜੇ ਦੀ ਹੈ ਤੇ ਸਫ਼ਰ ਮੇਰਾ 45 ਸਾਲਾਂ ਦਾ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਦਾ। ਬਹੁਤ ਸਾਰੀਆਂ ਮੈਂ ਕਿਤਾਬਾਂ ਲਿਖੀਆਂ ਨੇ, ਬਹੁਤ ਸਾਰੇ ਗੀਤ ਲਿਖੇ ਨੇ। ਕਿਤਾਬਾਂ ਦੇ ਵਿੱਚ ਸਾਹਿਤ ਦੀਆਂ ਜਿਹੜੀਆਂ ਵੱਖ-ਵੱਖ ਵਿਧਾਵਾਂ ਨੇ, ਚਾਹੇ ਉਹ ਵਿਅੰਗ ਹੈ, ਚਾਹੇ ਨਿਬੰਧ ਹੈ, ਚਾਹੇ ਕਹਾਣੀ ਹੈ, ਚਾਹੇ ਰਾਸੀ ਲੇਖ ਨੇ, ਤੇ ਚਾਹੇ ਕਵਿਤਾ ਆ, ਚਾਹੇ ਗੀਤ ਹੈ, ਚਾਹੇ ਰਵਾਈ ਹੈ, ਤੇ ਚਾਹੇ ਦੋਹਾ ਤੇ ਕੋਰੜਾ ਛੰਦ ਹੈ ਜੀ। ਮੈਂ ਉਹਨਾਂ ਸਾਰਿਆਂ ਦੇ ਬਾਰੇ 'ਚ ਲਿਖਦਾ ਰਿਹਾ ਤੇ ਮੈਨੂੰ ਥੋੜ੍ਹਾ ਗਿਆਨ ਵੀ ਆ, ਵਿਧੀ ਵਿਧਾਨ ਦਾ ਪਤਾ ਹੈ। ਸੋ ਇਹ ਸਫ਼ਰ ਤੈਅ ਕਰਦਿਆਂ ਮੈਂ ਇੱਥੇ ਤੱਕ ਆਇਆ ਤੇ ਹੁਣ ਮੈਨੂੰ ਇੱਦਾਂ ਲੱਗਦਾ ਹੁੰਦਾ ਕਿ ਹਾਲੇ ਕੁਛ ਕਰਨਾ ਪਊਗਾ ਜੀ। ਪਰ ਮੈਨੂੰ ਜਿੰਨੀ ਪਿਆਰ ਮੁਹੱਬਤ ਮਿਲਦੀ ਹੈ ਉਦੋਂ ਤੋਂ ਮੈਨੂੰ ਕਈ ਵਾਰੀ ਤਾਂ ਵੀ ਅੰਦਾਜ਼ਾ ਲਾਉਣਾ ਰਹਿੰਦਾ ਵੀ ਲੋਕਾਂ ਨੇ ਸ਼ਾਇਦ ਮੈਨੂੰ ਪ੍ਰਵਾਨ ਕਰ ਲਿਆ ਜੀ। ਪਰ ਮੈਨੂੰ ਇੱਦਾਂ ਲੱਗਦਾ ਰਹਿੰਦਾ ਵੀ ਹਾਲੇ ਤੇ ਕੰਮ ਕਰਨਾ ਸ਼ੁਰੂ ਕਰਨਾ ਜੀ। ਤੇ ਇਸੇ ਹੀ ਸ਼ੁਰੂਆਤ 'ਚ ਮੈਂ ਹਰ ਰੋਜ਼ ਨਵਾਂ ਕੰਮ ਭਾਲਦਾ, ਨਵਾਂ ਕੁਛ ਸਾਹਿਤ ਦਾ ਲਿਖਣ ਦਾ ਯਤਨ ਕਰਦਾ ਜੀ। ਤੇ ਮੈਂ ਕਾਫੀ ਕੁਛ ਜਿਹੜਾ ਆ ਉਹ ਲਿਖਣ ਦਾ ਯਤਨ ਕੀਤਾ। ਇੱਕ ਮੈਂ ਖਾਸ ਗੱਲ ਇਹ ਹੈ ਕਿ ਜਿੱਥੇ ਤੁਸੀਂ ਜਾਓ ਜੀ, ਸਿਆਣੇ ਬੰਦੇ ਕਹਿੰਦੇ ਆ ਕਿ ਜਿੱਥੇ ਤੁਸੀਂ ਜਾਓ ਉੱਥੇ ਆਪਣਾ ਪਰਛਾਵਾਂ ਛੱਡੋ। ਉੱਥੋਂ ਦੇ ਲੋਕਾਂ ਨੂੰ, ਉੱਥੋਂ ਦੇ ਆਲੇ ਦੁਆਲੇ ਨੂੰ, ਉੱਥੋਂ ਦੇ ਵਾਤਾਵਰਨ ਨੂੰ ਪਤਾ ਲੱਗੇ ਕਿ ਇੱਥੇ ਕੋਈ ਬੰਦਾ ਆਇਆ ਜੀ, ਕੋਈ ਇਨਸਾਨ ਆਇਆ। ਤੇ ਮੈਂ ਜਦੋਂ ਅਮਰੀਕਾ ਵੀ ਗਿਆ ਤੇ ਉਹਨਾਂ ਨੂੰ ਲੱਗਾ ਕਿ ਜਿਹੜੇ ਕੁਛ ਵੀ ਮੈਨੂੰ ਜਾਣਦੇ ਸੀ ਉਹ ਕਾਫੀ ਜਾਣਨ ਲੱਗ ਪਏ ਜੀ। ਤੇ ਮੈਨੂੰ ਇੱਦਾਂ ਲੱਗਾ ਕਿ ਮੇਰੀ ਕੰਮ ਨੂੰ ਥੋੜ੍ਹੀ ਜਿਹੀ ਮੁਹੱਬਤ ਮਿਲਦੀ ਹੈ ਜਾਂ ਪਿਆਰ ਮਿਲਦਾ ਹੈ ਜੀ। ਜਿਹੜਾ ਇਹ ਪਿਆਰ ਮੁਹੱਬਤ ਹੈ ਇਹ ਤੁਹਾਨੂੰ ਕੰਮ ਕਰਨ ਲਈ ਉਤਸ਼ਾਹ ਪੈਦਾ ਕਰਕੇ ਦਿੰਦਾ ਹੈ। ਕਿ ਕਹਿੰਦੇ ਨੇ ਹਰ ਇਨਸਾਨ ਅੰਦਰ ਇੱਕ ਦਿਲ ਹੁੰਦਾ, ਦਿਲ 'ਚ ਧੜਕਣ ਹੁੰਦੀ ਹੈ, ਧੜਕਣ 'ਚ ਨਿੱਘ ਹੁੰਦਾ, ਨਿੱਘ 'ਚ ਅਹਿਸਾਸ ਹੁੰਦਾ, ਅਹਿਸਾਸ 'ਚ ਜਜ਼ਬਾਤ ਹੁੰਦੇ ਨੇ ਤੇ ਜਜ਼ਬਾਤ ਤੁਹਾਨੂੰ ਜਿਉਂਦੇ ਰੱਖਣ ਦੀ ਤਰਜਮਾਨੀ ਕਰਦੇ ਨੇ। ਸੋ ਮੈਂ ਇਹਨਾਂ ਸਿਧਾਂਤਾਂ ਨਾਲ ਹਲੇ ਜੀ ਰਿਹਾ ਤੇ ਹਲੇ ਠੀਕ ਠਾਕ ਹੈ, ਹਲੇ ਕੰਮ ਕਰਨ ਦੀ ਸਮਰੱਥਾ ਬੜੀ ਤੇ ਕੰਮ ਕਰਾਂਗੇ ਜੀ। ਬਿਲਕੁਲ, ਜਿਸ ਤਰ੍ਹਾਂ ਤੁਸੀਂ ਕਿਹਾ ਵੀ ਆਪਣੇ ਜਿਹੜਾ ਤੁਸੀਂ ਸਾਹਿਤਿਕ ਸਫ਼ਰ ਦੀ ਸ਼ੁਰੂਆਤ ਹੈ ਉਹ ਤੁਸੀਂ ਸਕੂਲ ਵਿੱਚ ਪੜ੍ਹਦੇ ਹੋਏ ਕਰ ਦਿੱਤੀ ਸੀ। 9ਵੀਂ 10ਵੀਂ ਕਲਾਸ ਤੋਂ ਤੁਸੀਂ ਲਿਖਣਾ ਸ਼ੁਰੂ ਕਰ ਦਿੱਤਾ ਸੀ ਤੇ ਇਹ ਜਿਹੜੀ ਚੇਟਕ ਹੈ ਤੁਹਾਨੂੰ ਲਿਖਣ ਦੀ, ਇਹ ਕਿਸ ਤਰ੍ਹਾਂ ਪਈ?
ਦੇਖੋ ਮੈਂ ਇੱਕ ਸਾਡੇ ਗੁਰਮਤਿ ਸਿਧਾਂਤ ਚੱਲਦਾ ਵੀ ਅਕਲ ਸਰੀਰੋਂ ਉਪਜੇ। ਹਰ ਬੰਦੇ ਦੇ ਅੰਦਰ ਨਾ ਇੱਕ ਕਲਾ ਆ ਜੀ। ਕਈਆਂ ਨੂੰ ਵਿਕਸਿਤ ਕਰਨ ਦਾ ਮੌਕਾ ਨਹੀਂ ਮਿਲਦਾ, ਕਈਆਂ ਨੂੰ ਪਲੇਟਫਾਰਮ ਨਹੀਂ ਮਿਲਦਾ, ਕਈਆਂ ਨੂੰ ਮਾਹੌਲ ਨਹੀਂ ਮਿਲਦਾ, ਕਈਆਂ ਨੂੰ ਹੋਰ ਜਿੱਲਣਾ ਫਸਾਈ ਰੱਖਦੀਆਂ। ਜੀ। ਕਲਾ ਤੇ ਹਰ ਬੰਦੇ ਦੇ ਅੰਦਰ ਹੁੰਦੀ ਹੈ ਜੀ। ਔਰ ਕਲਾ ਦਾ ਇੱਕ ਇਹ ਵੀ ਹੈਗਾ ਕਿ ਇੱਕ ਬੰਦਾ ਜਿਹੜਾ ਆ ਉਹ ਬਾਕੀਆਂ ਨਾਲੋਂ ਭਿੰਨ ਕਿਵੇਂ ਹੋ ਸਕਦਾ ਕਿ ਨਹੀਂ ਤਾਂ ਦੁਨੀਆ 'ਚ ਜੇ ਆਉਂਗੇ ਸਵੇਰ ਨੂੰ ਉੱਠ ਕੇ ਖਾ ਲਿਆ ਸੌਂ ਲਿਆ ਕੰਮ ਤੇ ਚਲ ਗਏ ਆ ਕੇ ਫਿਰ ਖਾ ਲਿਆ ਸੌਂ ਲਿਆ ਫਿਰ ਤੁਹਾਡੇ ਕੋਲੋਂ ਸਮਾਜ 'ਚ ਖੜਾ ਕੀ ਆ ਤੁਸੀਂ ਕੀ ਕਰਨਾ ਹੈ ਕਿ ਜੇ ਤੁਹਾਨੂੰ ਇੱਦਾਂ ਲੱਗਦਾ ਕਿ ਤੁਹਾਨੂੰ ਬਣਦਾ ਜਿਹੜੀ ਯੋਗਦਾਨ ਸੁਸਾਇਟੀ ਲਈ ਪਾਉਣਾ ਚਾਹੀਦਾ ਤੇ ਤੁਹਾਨੂੰ ਕੁਛ ਨਾ ਕੁਛ ਤਾਂ ਕਰਨਾ ਚਾਹੀਦਾ। ਸੋ ਇਸ ਕਰਕੇ ਮੈਂ ਇੱਦਾਂ ਲੱਗਾ ਰਿਹਾ ਕਿ ਮੈਂ ਇਹ ਕੰਮ ਕਰ ਲਵਾਂ ਤੇ ਸ਼ਾਇਦ ਮੈਨੂੰ 4 ਲੋਕ ਚੰਗਾ ਕਹਿਣਗੇ ਤੇ ਮੈਂ ਇਹਦੇ ਵਿੱਚ ਪ੍ਰਵਾਨ ਵੀ ਹੋਇਆ ਤੇ ਮੈਨੂੰ ਚੰਗਾ ਵੀ ਲੱਗਦਾ। ਸੋ ਇਸ ਕਰਕੇ ਮੈਂ ਸਮਝਦਾ ਕਿ ਇਹ ਕੋਈ ਸਿੱਖਿਆ ਸਿਖਾਇਆ ਕੰਮ ਨਹੀਂ ਆ ਸਕਦਾ, ਵੇਖਿਆ ਵਿਖਾਇਆ ਤੁਸੀਂ ਇਹ ਕੰਮ ਨਹੀਂ ਕਰ ਸਕਦੇ। ਤੁਹਾਡੇ ਅੰਦਰ ਇੱਕ ਲਗਨ ਹੈ, ਤੁਹਾਡੇ ਅੰਦਰ ਇੱਕ ਦੀਵਾ ਜਿਹੜਾ ਜਗਦਾ ਆ ਉਹਦੀ ਤੁਸੀਂ ਰੋਸ਼ਨੀ ਬਾਹਰ ਕੱਢਣ ਲਈ ਯਤਨ ਕਰੋ ਤਾਂ ਮੇਰੇ ਖਿਆਲ 'ਚ ਮੈਂ ਉਸ ਯਤਨ 'ਚ ਕਾਫੀ ਹੱਦ ਤੱਕ ਸਫਲ ਹੋਇਆ ਜੀ। ਔਰ ਸਭ ਗੱਲ ਕਰਦੇ ਹਾਂ ਅੱਜ ਦੀ ਨੌਜਵਾਨ ਪੀੜ੍ਹੀ ਦੀ, ਅੱਜ ਦੇ ਸਮੇਂ ਵਿੱਚ ਤੇ ਪਹਿਲੇ ਸਮੇਂ ਵਿੱਚ ਤੁਸੀਂ ਕਿਸ ਤਰ੍ਹਾਂ ਸਾਹਿਤ ਨੂੰ ਲੈ ਕੇ ਦੇਖ ਰਹੇ ਹੋ? ਦੇਖੋ ਜਿਹੜਾ ਕੋਈ ਵਕਤ ਸੀਗਾ ਜਦੋਂ ਅਸੀਂ ਕਹਿੰਦੇ ਸੀ ਵੀ ਖੂਹ ਦੀਆਂ ਟਿੰਡਾਂ, ਘੱਗਰੇ, ਫੁਲਕਾਰੀਆਂ, ਗਾਧੀਆਂ, ਪਜਾਲੀਆਂ ਇਹ ਸਾਡਾ ਸੱਭਿਆਚਾਰ ਹੈ ਜੀ। ਜਿਸ ਵਿਗਿਆਨਕ ਯੁੱਗ 'ਚ ਅਸੀਂ ਸਾਹ ਲੈ ਰਹੇ ਹਾਂ ਉਹ ਸਾਨੂੰ ਮੰਨ ਲੈਣਾ ਪਊਗਾ ਕਿ ਅਸੀਂ ਇਹਨਾਂ ਨੂੰ ਬਚਾ ਕੇ ਨਹੀਂ ਰੱਖ ਸਕਣਾ ਜੀ। ਇਹ ਮਿਊਜ਼ੀਅਮਾਂ ਦੀਆਂ ਅਜਾਇਬ ਘਰਾਂ ਦੀਆਂ ਨਿਸ਼ਾਨੀਆਂ ਬਣ ਜਾਣਗੀਆਂ ਤੇ ਬਣ ਗਈਆਂ ਨੇ, ਪਰ ਜੇ ਅਸੀਂ ਬਚਾ ਕੇ ਰੱਖ ਸਕਦੇ ਹਾਂ ਤਾਂ ਆਪਣੇ ਸੰਸਕਾਰ ਬਚਾ ਸਕਦੇ ਹਾਂ। ਜਦੋਂ ਸੰਸਕਾਰ ਬਚਾਓਗੇ ਤੇ ਤੁਸੀਂ ਆਪਣੀਆਂ ਪੀੜ੍ਹੀਆਂ ਨੂੰ ਬਚਾਉਣ ਦੇ ਵਿੱਚ ਸਫਲ ਹੋ ਜਾਓਗੇ। ਸੰਸਕਾਰ ਸਾਹਿਤ ਜ਼ਰੀਏ ਬਚਾਏ ਜਾ ਸਕਦੇ ਆ। ਜਿਵੇਂ ਇੱਕ ਸਿਆਣੇ ਬੰਦੇ ਕਹਿੰਦੇ ਨੇ ਕਿ ਜਿਸ ਘਰ ਦਾ ਮਾਹੌਲ ਦੇਖਣਾ ਹੋਵੇ ਤੁਸੀਂ ਉੱਥੇ ਦੇਖੋ ਕਿ ਉੱਥੇ ਲੋਕੀ ਗੱਲਾਂ ਕਿੱਦਾਂ ਦੀਆਂ ਕਰਦੇ ਆ, ਉਸ ਘਰ ਦੇ ਵਿੱਚ ਪੜ੍ਹਿਆ ਕੀ ਜਾ ਰਿਹਾ, ਉੱਥੇ ਕੋਈ ਅਖਬਾਰ ਆਉਂਦੀ ਕਿ ਨਹੀਂ, ਉੱਥੇ ਜਿਹੜਾ ਕੋਈ ਚੈਨਲ ਕਿਹੜਾ ਵੇਖਿਆ ਜਾਂਦਾ ਕਿ ਨਹੀਂ, ਉਸ ਘਰ ਦਾ ਪਹਿਰਾਵਾ ਕੀ ਆ, ਉਸ ਘਰ ਦੇ ਲੋਕ ਕੀ ਕਰਦੇ ਨੇ ਤੇ ਉਹ ਵੈਲੂਏਸ਼ਨ ਕਰਕੇ ਦੇਖ ਲਓ, ਤੁਹਾਨੂੰ ਆਪ ਹੀ ਪਤਾ ਲੱਗ ਜਾਊਗਾ ਕਿ ਸਮਾਜਿਕ ਦੌਰ 'ਚ ਇਹ ਪਰਿਵਾਰ ਖੜਾ ਕਿੱਥੇ ਆ ਜੀ। ਸੋ ਇਸ ਕਰਕੇ ਜਿਹੜਾ ਹੈਗਾ ਜਿਹੜਾ ਸਾਹਿਤ ਹੈ ਉਹ ਮਨੁੱਖ ਨੂੰ ਜਿਉਂਦਿਆਂ ਹੀ ਨਹੀਂ ਰੱਖਦਾ। ਕਈ ਵਾਰੀ ਨਾ ਤੁਹਾਡੇ ਇੱਕ ਮਨ 'ਚੋਂ ਗੱਲਾਂ ਹੁੰਦੀਆਂ ਨੇ। ਮੈਂ ਤੁਹਾਨੂੰ ਇੱਕ ਉਦਾਹਰਨ ਦਿੰਦਾ, ਮੈਨੂੰ ਪਿਛਲੀ ਵਾਰੀ ਵੀ ਮੈਂ ਜ਼ਿਕਰ ਕਰਨਾ ਸੀ ਰਹਿ ਗਿਆ ਜੀ ਕਿ ਜਦੋਂ ਤੁਸੀਂ ਮੈਨੂੰ ਮਿਲਿਆ ਜਾਂ ਹੋਰ ਕੋਈ ਮੈਨੂੰ ਮਿਲਿਆ, ਮੈਂ ਦੂਰਦਰਸ਼ਨ ਜਾਂਦਾ ਸੀ, ਬਹੁਤ ਸਾਰੇ ਲੋਕ ਮੈਨੂੰ ਮਿਲਦੇ ਸੀਗੇ, ਬਹੁਤ ਸਾਰੇ ਲੋਕ ਮੈਨੂੰ ਹਾਲੇ ਵੀ ਜਾਣਦੇ ਆ ਤੇ ਮੈਂ ਇੱਕ ਉੱਥੇ ਕੈਮਰਾ ਆਪਰੇਟ ਕਰਦੇ ਨੇ, ਉਹ ਮੈਨੂੰ ਗੀਤਕਾਰ ਵਾਂਗ ਮਿਲਦੇ ਸੀ ਜੀ ਵੀ ਮੈਂ ਗੀਤ ਲਿਖਦਾ। ਮੈਨੂੰ ਕਈ ਵਾਰੀ ਜਦੋਂ ਉਹਨੇ ਕਹਿਣਾ ਮੇਰਾ ਪੰਛੀ ਨੇ ਗਾਇਆ, ਮੇਰਾ ਪਾਲੀ ਦੇਤ ਵਾਲੀ ਨੇ ਗੀਤ ਗਾਇਆ, ਮੈਂ ਇਸ ਤੋਂ ਵੀ ਇਨਕਰੇਜ ਹੁੰਦਾ ਸੀ ਕਿ ਕੈਮਰੇ ਨਾਲ ਖੇਡਣ ਵਾਲਾ ਮਨੁੱਖ ਸ਼ਬਦਾਂ ਨਾਲ ਵੀ ਖੇਡਦਾ ਔਰ ਸੰਗੀਤਕ ਸ਼ਬਦਾਂ ਨਾਲ ਵੀ ਖੇਡਦਾ। ਮਤਲਬ ਜਿਹੜੇ ਬੰਦੇ ਤੁਹਾਡੇ ਨਿੱਤ ਸੱਜੇ ਖੱਬੇ ਵਿਚਰਦੇ ਆ ਉਹ ਕੋਈ ਨਾ ਕੁਝ ਪੈਂਡਾ ਛੱਡ ਕੇ ਜਾਂਦੇ ਜੀ ਜੀ ਜੀ। ਜਿਸ ਤਰ੍ਹਾਂ ਤੁਸੀਂ ਇਸ ਸਮੇਂ ਵਿਦੇਸ਼ ਦੀ ਧਰਤੀ ਤੇ ਰਹਿ ਰਹੇ ਹੋ ਤੇ ਵਿਦੇਸ਼ਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਤੁਸੀਂ ਕੀ ਦੇਖ ਰਹੇ ਹੋ ਕਿ ਇਸ ਸਮੇਂ ਪੰਜਾਬੀ ਮਾਂ ਬੋਲੀ ਦੀ ਜਾਂ ਸਾਹਿਤ ਦੀ ਕੀ ਸਥਿਤੀ ਹੈ? ਦੇਖੋ ਮੇਰੇ ਖਿਆਲ 'ਚ ਸਾਹਿਤ ਦੀ ਸਥਿਤੀ ਜਿਹੜੀ ਹੈ, ਮੈਂ ਪੰਜਾਬੀ ਬੋਲੀ ਦੀ ਜੇ ਗੱਲ ਕਰਨਾ ਸੀ, ਅਮਰੀਕਾ ਰਹਿੰਦੇ ਆ ਤੇ ਕੈਲੀਫੋਰਨੀਆ 'ਚ ਪੰਜਾਬ ਇੱਕ ਪੂਰਾ ਵੱਸਦਾ ਤੇ ਜੇ ਪੰਜਾਬ ਤੁਸੀਂ ਵੱਸਦਾ ਤੇ ਜਿਹੜਾ DMV ਸਾਡਾ ਮੋਟਰ ਵਹੀਕਲ ਡਿਪਾਰਟਮੈਂਟ ਹੈ, ਉੱਥੇ ਤੁਸੀਂ ਡਰਾਈਵਿੰਗ ਲਾਇਸੈਂਸ ਦੇਣਾ ਤੁਸੀਂ ਪੰਜਾਬੀ 'ਚ ਦੇ ਸਕਦੇ ਹੋ। ਕੈਨੇਡਾ ਦੀਆਂ ਗਲੀਆਂ ਸੜਕਾਂ ਤੇ ਪੰਜਾਬੀ 'ਚ ਬੋਰਡ ਲੱਗੇ ਹੋਏ ਨੇ, ਸਕੂਲਾਂ 'ਚ ਜਾਂ ਗੁਰੂ ਘਰਾਂ 'ਚ ਪੰਜਾਬੀ ਪੜ੍ਹਾਈ ਜਾਣ ਲੱਗ ਪਈ ਆ। ਇਸ ਕਰਕੇ ਮੈਂ ਸਮਝਦਾ ਕਿ ਉੱਥੇ ਤਾਂ ਨਹੀਂ ਐਡੀ ਫਿਕਰਮੰਦੀ ਜਿੰਨੀ ਫਿਕਰਮੰਦੀ ਇੱਥੇ ਆ ਜੀ। ਇੱਥੇ ਜਿਸ ਤਰ੍ਹਾਂ ਦੇ ਸਕੂਲਾਂ 'ਚ ਐਜੂਕੇਸ਼ਨ ਮਿਲ ਰਹੀ ਆ ਉਹ ਤਾਂ ਵਪਾਰੀਕਰਨ ਜਿਹੜਾ ਹੋ ਗਿਆ, ਉਹਦੇ ਨਾਲ ਅਸੀਂ ਜਿਹੜਾ ਸਾਡਾ ਜਿਹੜੀਆਂ ਮੌਲਿਕ ਕਦਰਾਂ ਕੀਮਤਾਂ ਸੀ, ਪੰਜਾਬ ਦੀਆਂ ਵਿਰਾਸਤ ਸੀ, ਉਹਨੂੰ ਜਰਕ ਜ਼ਰੂਰ ਆਈ ਆ। ਉਹਦੇ ਤੋਂ ਜਿਹੜੀ ਪੀੜ੍ਹੀ ਦੂਰ ਹੋ ਰਹੀ ਆ। ਸੋ ਇਹ ਜੇ ਤੁਸੀਂ ਕੰਪੈਰੀਜ਼ਨ ਕਰੋਗੇ ਕਿ ਉੱਧਰ ਕੀ ਰਿਹਾ ਹੋ ਇੱਧਰ ਕੀ ਹੋ ਰਿਹਾ, ਮੇਰੇ ਸਾਨੂੰ ਕਈ ਵਾਰੀ ਲੱਗਦਾ ਹੁੰਦਾ ਕਿ ਇੱਥੇ ਨਾਲੋਂ ਵੀ ਬਾਹਰ ਕਈ ਵਾਰੀ ਚੰਗਾ ਹੋ ਰਿਹਾ ਜੀ। ਜਿਸ ਤਰ੍ਹਾਂ ਤੁਸੀਂ ਕਾਫੀ ਲੰਮੇ ਸਮੇਂ ਤੋਂ ਅਖਬਾਰਾਂ ਦੇ ਨਾਲ ਜੁੜੇ ਹੋਏ ਹੋ, ਆਲ ਇੰਡੀਆ ਰੇਡੀਓ ਦੇ ਨਾਲ ਜੁੜੇ ਹੋਏ ਹੋ, ਦੂਰਦਰਸ਼ਨ ਦੇ ਨਾਲ ਜੁੜੇ ਹੋਏ ਹੋ, ਸੋ ਇਸ ਤੋਂ ਇਲਾਵਾ ਤੁਸੀਂ ਹੋਰ ਕਿਹੜੀਆਂ ਸੰਸਥਾਵਾਂ ਦੇ ਨਾਲ ਜੁੜੇ ਹੋਏ ਹੋ ਜਿੱਥੇ ਤੁਸੀਂ ਆਪਣਾ ਜਿਹੜਾ ਸਾਹਿਤਿਕ ਯੋਗਦਾਨ ਦੇ ਰਹੇ ਹੋ? ਦੇਖੋ ਅਸੀਂ ਮੈਂ ਸਾਹਿਤ ਸਭਾਵਾਂ ਨਾਲ ਵੀ ਜੁੜਿਆ ਰਿਹਾ, ਜਿੰਨਾ ਕੁ ਵੀ ਮੇਰੇ ਕੋਲ ਵਕਤ ਸੀਗਾ ਜੀ ਉਹ ਵੀ ਮੈਂ ਜੁੜਿਆ ਰਿਹਾ। ਅਸੀਂ ਢਾਡੀ ਅਮਰ ਸਿੰਘ ਸ਼ੌਂਕੀ ਯਾਦਗਾਰੀ ਟਰੱਸਟ ਬਣਾਇਆ, ਉਹਦੇ ਵੱਲੋਂ ਮੇਲਾ ਲਾਇਆ ਤੇ ਦੂਸਰੇ ਨੰਬਰ ਤੇ ਹੈਗਾ ਕਿ ਉਹ ਮੇਲਾ ਪ੍ਰਵਾਨ ਵੀ ਕਰਾਇਆ। ਹੁਣ ਵੀ ਕਾਫੀ ਜਿਹੜੀਆਂ ਸਪੋਰਟਸ ਵਾਲੀਆਂ ਸੰਸਥਾਵਾਂ ਨੇ ਜਾਂ ਹੋਰ ਹੈ ਉਹਨਾਂ ਨਾਲ ਮੈਂ ਜੁੜਿਆ ਰਹਿਣਾ ਤਾਂ ਕਿ ਤੁਹਾਡੀ ਜ਼ਿੰਦਗੀ ਦੇ ਜਿਹੜੇ ਰੰਗ ਢੰਗ ਹੈ ਉਹਨਾਂ 'ਚ ਨਵਾਂਪਣ ਆਉਂਦਾ ਰਹੇ ਜੀ। ਠੀਕ ਹੈ। ਸੋ ਇਸ ਕਰਕੇ ਮੈਂ ਕਾਫੀ ਆਪਣੇ ਆਪ ਨੂੰ
ਰੁਝੇਵਿਆਂ 'ਚ ਰੱਖਦਾ ਜੀ ਵੀ ਜਦੋਂ ਤੁਸੀਂ ਰੁਝੇਵਿਆਂ 'ਚ ਰੱਖੋਗੇ ਤਾਂ ਤੁਹਾਨੂੰ ਕਈ ਕੁਛ ਚਿੰਬੜੇਗਾ ਨਹੀਂ, ਕਈ ਬਿਮਾਰੀਆਂ ਨਹੀਂ ਚਿੰਬੜਨਗੀਆਂ। ਜੀ ਮੈਂ ਇੱਦਾਂ ਵੀ ਕਹਿੰਦਾ ਕਿਉਂਕਿ ਵੱਧਦੀ ਉਮਰ ਨੇ ਸਰੀਰ ਨੇ ਥੱਕਣਾ ਹੁੰਦਾ, ਵੱਧਦੀ ਉਮਰ ਨੇ ਤੁਹਾਡੇ ਤੇ ਅਸਰ ਕਰਨਾ ਹੁੰਦਾ। ਜੀ ਪਰ ਜੇ ਤੁਹਾਡੇ ਕੰਮ ਕਰਨ ਦੀ ਸ਼ੈਲੀ ਤੇ ਕੰਮ ਕਰਨ ਦਾ ਪੱਧਰ ਚੰਗਾ ਆ ਤੇ ਫਿਰ ਮੈਂ ਸਮਝਦਾ ਕਿ ਕੋਈ ਬਹੁਤਾ ਇਫੈਕਟ ਨਹੀਂ ਹੁੰਦਾ। ਨਹੀਂ ਹੁੰਦਾ ਜੀ। ਗੱਲ ਕੀਤੀ ਜਾਵੇ ਹੁਣ ਤੱਕ ਦੇ ਸਾਹਿਤਿਕ ਸਫ਼ਰ ਦੀ ਤਾਂ ਕਿੰਨੀਆਂ ਕੁ ਪੁਸਤਕਾਂ ਨੇ ਜਿਹੜੀਆਂ ਤੁਸੀਂ ਲੋਕ ਅਰਪਣ ਕਰ ਚੁੱਕੇ ਹੋ? ਦੇਖੋ ਮੈਂ 23 ਕਿਤਾਬਾਂ ਲਿਖੀਆਂ ਨੇ। ਕਿਤਾਬਾਂ ਲਿਖਣ ਤਾਂ 40 ਵੀ ਲਿਖੀਆਂ ਜਾ ਸਕਦੀਆਂ ਜਿੰਨਾ ਮੇਰਾ ਸਫ਼ਰ ਹੈ, ਪਰ ਮੈਂ ਇੱਦਾਂ ਸਮਝਦਾ ਹੁੰਦਾ ਵੀ ਜਿਹੜੀ ਕਿਤਾਬ ਜੇ ਮੈਂ ਗੀਤਕਾਰਾਂ ਦੇ ਲਿਖੀ ਆ, ਮੈਂ ਚਰਨ ਸਿੰਘ ਫਿਰੋਜ਼ਦੀਨ ਸ਼ਰਫ ਤੋਂ ਲੈ ਕੇ ਆਨੰਦ ਲਾਲ ਨੂਰਪੁਰੀ ਸਾਰਾ ਸਫ਼ਰ ਹੁਣ ਤੱਕ ਗੀਤਕਾਰੀ ਦਾ ਜਿਹੜਾ ਜਿਨ੍ਹਾਂ ਤੇ ਅਸੀਂ ਮਾਣ ਕਰਦੇ ਹਾਂ, ਜਿਨ੍ਹਾਂ ਦੇ ਸਿੰਘਾਂ ਤੇ ਗੀਤਕਾਰੀ ਖੜੀ ਆ। ਤੇ ਮੈਂ ਲਾਲ ਚਾਰ ਜਮਲਾ ਜੱਟ ਉਹਨਾਂ ਦੇ ਯੁੱਗ ਤੋਂ ਸੰਗੀਤ ਦੇ ਖੇਤਰ 'ਚ ਪ੍ਰਵੇਸ਼ ਕੀਤਾ, ਉਹਨੂੰ ਸਾਰਾ ਸੰਭਾਲਿਆ ਜੀ। ਲੋਕ ਸਾਜ਼ ਭਾਵੇਂ ਮੈਨੂੰ ਆਪ ਨਾ ਵੀ ਕੁਝ ਵਜਾਉਣਾ ਆਉਂਦਾ ਹੋਵੇ, ਪਰ ਮੈਂ ਜਿਹੜੀ ਲੋਕ ਸਾਜ਼ ਕਿੱਥੋਂ ਆਏ, ਟੈਕਨੀਕ ਕਿੱਥੋਂ ਆਈ, ਕਿਵੇਂ ਬਣਦੇ ਨੇ ਜੀ ਉਹ ਸਾਰਾ ਕੁਝ ਉਹਨਾਂ ਦਾ ਵਰਕਿੰਗ ਪ੍ਰਿੰਸੀਪਲ, ਕੰਮ ਕਰਨ ਦਾ ਸਿਧਾਂਤ ਲਿਖਿਆ। ਮੈਂ ਭਾਰਤ ਦੇ ਪੁਰਾਣੇ ਸੰਗੀਤਕਾਰਾਂ ਤੇ ਲਿਖਿਆ ਔਰ ਕਈ ਹਿੰਦੀ, ਇੰਗਲਿਸ਼, ਉਰਦੂ, ਪੰਜਾਬੀ 4 ਭਾਸ਼ਾਵਾਂ 'ਚ ਇੱਕ ਮੇਰੀ ਕਿਤਾਬ ਹੈ ਭਾਰਤ ਦੇ ਮਹਾਨ ਸੰਗੀਤਕਾਰ। ਗਾਇਕਾਂ ਬਾਰੇ ਬਹੁਤ ਲਿਖਿਆ, ਆਮ ਜਨ ਜੀਵਨ ਬਾਰੇ ਬਹੁਤ ਲਿਖਿਆ, ਕਿ ਕਹਾਣੀਆਂ ਲਿਖੀਆਂ ਨੇ। ਤੇ ਮੈਂ 23 ਪੁਸਤਕਾਂ ਦਾ ਸਫ਼ਰ ਤੈਅ ਕਰ ਲਿਆ ਤੇ 1-2 ਪੁਸਤਕਾਂ ਹੋਰ ਆ ਜਾਣਗੀਆਂ ਤੇ ਜਦ ਤੱਕ ਕਰ ਰਹੇ ਹਾਂ ਉਦੋਂ ਤੱਕ ਇਹ ਸਿਲਸਿਲਾ ਜਾਰੀ ਰਹੇਗਾ ਜੀ। ਤੇ ਹੁਣ ਤੱਕ ਪਰਿਵਾਰ ਦੀ ਗੱਲ ਕੀਤੀ ਜਾਵੇ ਤੇ ਆਪਣੇ ਪਰਿਵਾਰ ਬਾਰੇ ਵੀ ਜ਼ਰੂਰ ਦੱਸੋ ਕਿ ਇਸ ਸਮੇਂ ਤੁਸੀਂ USA ਦੇ ਵਿੱਚ ਰਹਿ ਰਹੇ ਹੋ ਤੇ ਪਰਿਵਾਰ ਦਾ ਕਿਸ ਤਰ੍ਹਾਂ ਦਾ ਸਹਿਯੋਗ ਰਿਹਾ ਹੁਣ ਤੱਕ ਦੇ ਸਾਹਿਤਿਕ ਸਫ਼ਰ ਦੇ ਵਿੱਚ? ਦੇਖੋ ਜਿਸ ਬੰਦੇ ਨੂੰ ਪਰਿਵਾਰ 'ਚ ਸਹਿਯੋਗ ਨਹੀਂ ਮਿਲਦਾ ਉਹ ਬੰਦਾ ਕੋਈ ਵੀ ਖੇਤਰ ਹੋਵੇ, ਨਾਟ ਓਨਲੀ ਸਾਹਿਤ, ਜਿਹੜਾ ਮਰਜ਼ੀ ਖੇਤਰ ਉਹ ਕਾਮਯਾਬ ਨਹੀਂ ਹੋਊਗਾ। ਮੈਂ ਇਸ ਗੱਲ ਦਾ ਦਾਅਵੇਦਾਰ ਹਾਂ। ਤੇ ਜਿਹੜਾ ਬੰਦਾ ਪਰਿਵਾਰ ਤੋਂ ਟੁੱਟਿਆ ਹੋਇਆ, ਪਰਿਵਾਰ ਨਾਲ ਜਿਹਦੀ ਕੋਆਰਡੀਨੇਸ਼ਨ ਕੋਈ ਹੈ ਨਹੀਂ ਗੀ, ਤੇ ਉਹ ਬੰਦਾ ਨਾ ਵੈਸੇ ਵੀ ਬੈਲੈਂਸ ਨਹੀਂ ਹੁੰਦਾ। ਸੋ ਮੈਨੂੰ ਮੇਰੇ 2 ਬੇਟੇ ਨੇ, ਮਨਵੀਰ ਤੇ ਅਨਮੋਲ, ਤੇ ਮਿਸਿਜ਼ ਕਸ਼ਮੀਰ ਕੌਰ ਹੈ, ਬਹੂ ਆ ਸਾਡੀ ਰਵਨੀਤ ਕੌਰ। ਮਤਲਬ ਅਸੀਂ ਜਿਹੜਾ ਸਾਡੇ ਪਰਿਵਾਰ ਛੋਟੀ ਜਿਹੀ ਬੱਚੀ ਆਈ ਹੈ ਸਾਂਝ, ਅਸੀਂ ਉਹਦਾ ਜਿੱਦਾਂ ਸਾਹਿਤਕ ਹੋਣਾ ਅਸੀਂ ਉਹਦਾ ਨਾਂ ਸਾਂਝ ਕੌਰ ਰੱਖਿਆ। ਬੜਾ ਨਵਾਂ ਮਤਲਬ ਉਹ ਸਾਂਝ ਕੌਰ ਰੱਖਿਆ, ਉਹ ਸਾਡੀ ਘਰ ਦੀ ਦੇਣ ਵਾ ਇੱਕ, ਮਤਲਬ ਸਾਡਾ ਮਾਹੌਲ ਇੱਦਾਂ ਦਾ। ਸੋ ਇਹ ਮਤਲਬ ਚੰਗਾ ਮਾਹੌਲ 'ਚ ਅਸੀਂ ਪੜ੍ਹਦੇ ਹਾਂ, ਅਸੀਂ ਚੰਗੇ ਮਾਹੌਲ 'ਚ ਖਾਂਦੇ ਪੀਂਦੇ ਹਾਂ, ਅਸੀਂ ਖੁਸ਼ ਜਿਹੇ ਰਹਿੰਦੇ ਹਾਂ। ਸਾਡੇ ਘਰ 'ਚ ਕੋਈ ਤਣਾਅ ਨਹੀਂ ਹੁੰਦਾ, ਕੋਈ ਇੱਕ ਦੂਜੇ ਨਾਲ ਈਰਖਾਬਾਦੀ ਨਾ। ਮੈਂ ਤਾਂ ਅਰਦਾਸ ਕਰਦਾ ਹੁੰਦਾ ਕਿ ਵਾਹਿਗੁਰੂ ਸਾਰਿਆਂ ਨੂੰ ਇੱਦਾਂ ਦਾ ਪਰਿਵਾਰ ਮਾਹੌਲ ਦੇਵੇ ਜੀ। ਤੇ ਸਰ ਅਸੀਂ ਚਾਹੁੰਦੇ ਹਾਂ ਕਿ ਜਾਂਦੇ ਜਾਂਦੇ ਤੁਸੀਂ ਸਾਡੇ ਦਰਪਣ ਟੀਵੀ ਦੇ ਜ਼ਰੀਏ ਸਾਡੇ ਦਰਸ਼ਕਾਂ ਨੂੰ ਕੋਈ ਮੈਸੇਜ ਜ਼ਰੂਰ ਦਿਓ। ਦੇਖੋ ਇੱਕ ਤਾਂ ਪਹਿਲਾਂ ਗੱਲ ਇਹ ਹੈਗੀ ਆ ਕਿ ਜਿਹੜਾ ਸਾਨੂੰ ਅਸੀਂ ਜਿਹੜੀ ਨਾ ਸਾਹਿਤ ਤੋਂ ਦੂਰ ਜਾ ਰਹੇ ਹਾਂ, ਸਾਹਿਤ ਪੜ੍ਹ ਨਹੀਂ ਰਹੇ, ਸਭ ਤੋਂ ਵੱਡਾ ਦੁਖਾਂਤ ਤੇ ਇਹ ਹੈ ਜੀ। ਦੂਜੀ ਗੱਲ ਹੈਗੀ ਆ ਕਿ ਅੱਜ ਕੱਲ੍ਹ ਗੀਤ ਸੰਗੀਤ ਦਾ ਯੁੱਗ ਹੈ, ਸਿੱਧਾ ਗੀਤ ਸੰਗੀਤ ਹਰੇਕ ਬੰਦੇ ਨੂੰ ਪ੍ਰਭਾਵਿਤ ਕਰਦਾ। ਤੇ ਮੈਂ ਵੀ ਕਹਿੰਦਾ ਕਿ ਜੇ ਗਾਇਕਾਂ ਨੂੰ, ਗੀਤਕਾਰਾਂ ਨੂੰ ਮੈਂ ਇਹ ਗੱਲ ਕਹਿਣੀ ਤਾਂ ਨਹੀਂ ਚਾਹੁੰਦਾ, ਪਰ ਮੈਂ ਕਹਿ ਦਿੰਦਾ ਵੀ ਅਸੀਂ ਕਦੀ ਸੋਚਿਆ ਨਹੀਂ ਸੀ ਕਿ ਗੱਲਾਂ ਕਰਨ ਨੂੰ ਵੀ ਲੋਕ ਗੀਤ ਕਿਹਾ ਕਰਨਗੇ। ਸੋ ਇਹ ਜਿਹੜਾ ਯੁੱਗ ਹੈ, ਠੀਕ ਹੈ ਤਬਦੀਲੀਆਂ ਆ ਗਈਆਂ, ਪੈਸਾ ਆ ਗਿਆ, ਵਪਾਰ ਵੱਡਾ ਹੋ ਗਿਆ, ਪਰ ਇਖਲਾਕੀ ਕਦਰਾਂ ਕੀਮਤਾਂ ਨੂੰ ਜਿਹੜਾ ਪਛਾਣਨਾ ਤੇ ਸੰਭਾਲਣਾ ਉਹ ਵੀ ਸਾਡਾ ਫਰਜ਼ ਬਣਦਾ। ਸੰਗੀਤ 'ਚੋਂ ਉਹ ਕਦਰਾਂ ਕੀਮਤਾਂ ਨਾ ਮਨਫੀ ਕਰੋ ਜਿਹੜੀਆਂ ਸਾਡੀ ਵਿਰਾਸਤ ਨੂੰ ਤੇ ਸਾਡੇ ਵਿਰਸੇ ਨੂੰ ਢਾਹ ਲਾ ਰਹੀਆਂ। ਇਹੀ ਮੈਂ ਕੁਝ ਕਹਿਣਾ ਚਾਹੁੰਦਾ ਜੀ। ਸੋ ਸਰ ਅੱਜ ਤੁਸੀਂ ਆਪਣੇ ਕੀਮਤੀ ਸਮੇਂ 'ਚੋਂ ਕੁਝ ਸਮਾਂ ਸਾਡੇ ਦਰਪਣ ਟੀਵੀ ਦੇ ਦਰਸ਼ਕਾਂ ਲਈ ਕੱਢਿਆ, ਸੋ ਉਸ ਲਈ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ। ਧੰਨਵਾਦ। ਜਿਨ੍ਹਾਂ ਦਰਸ਼ਕਾਂ ਨੇ ਅਜੇ ਤੱਕ ਦਰਪਣ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ, ਕਿਰਪਾ ਕਰਕੇ ਉਹ ਹੁਣੇ ਹੀ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਜ਼ਰੂਰ ਦਬਾਓ।